रूप बड़ी खुश सी। उसनूं मनपसंद साथण मिल गई सी। पढ़न विच हुशियार सरला बड़े हसमुख सुभाਅ वाली कुड़ी सी। प्रिंसीपल ने कुछ सोच के ही रूप नूं सरला नाल जोड़िया सी। सरला दे मिठे सांवले रंग नूं नीम गुलाबी ऐनक दा फ्रेम किन्ना जचदा सी। सवेरे 2 घंटे लई एक मिहनती ट्यूटर मिल गया सी। ट्यूशन पढ़न वालियां उस नाल 2 कुड़ियां होर भी सन। उन्हां तिन्नां नूं कुल 60 रुपए देने पैंदे सन। प्रिंसीपल वेले कवेले उन्हां दी हर तरह खबरसार लैंदा रहिंदा सी। सरला एक प्राइमरी मास्टर दी धी सी, जिस आप मिहनत नाल सरला नूं घर पढ़ाया सी ਅਤੇ ਇਮਤਿਹਾਨ ਤੋਂ ਕੁਝ ਮਹੀਨੇ ਪਹਿਲਾਂ ਆਪਣੇ ਮਿੱਤਰ ਪ੍ਰਿੰਸੀਪਲ ਕੋਲ ਭੇਜ ਦਿੱਤਾ ਸੀ। ਉਹ ਸ਼ਹਿਰ ਦਾ ਸਾਲਾਂ ਬੱਧੀ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ ਸੀ। ਹੋਰ ਸਭ ਕੁਝ ਠੀਕ ਠਾਕ ਸੀ। ਰੂਪ ਨੇ ਕੇਸਰ ਦੀ ਯਾਦ ਨੂੰ ਵੀ ਮੁਸਕਾਨਾਂ ਦੇ ਪਿਛਵਾੜੇ ਜ਼ਬਰਦਸਤੀ ਦਬਾਈ ਰੱਖਿਆ, ਪਰ ਬੱਚਿਆਂ ਦਾ ਮੋਹ ਹਰ ਤਰ੍ਹਾਂ ਦੇ ਜ਼ਬਤ ਦੀਆਂ ਜੰਜੀਰਾਂ ਤੋੜ ਘੱਤਦਾ। ਕੇਸਰ ਦੇ ਪਿਆਰ ਦੀ ਨਦੀ ਪਹਾੜਾਂ ਦੇ ਸਿਲ ਤਲਵਾਏ ਵਹਿਣਾਂ ਚੋਂ ਨਿਕਲ ਕੇ ਮੈਦਾਨ ਵਿੱਚ ਆ ਚੁੱਕੀ ਸੀ ਤੇ ਉਸ ਠਰਮੇ ਵਾਲੀ ਇੱਕ ਰਫ਼ਤਾਰ ਫੜ ਲਈ ਸੀ, ਪਰ ਬੱਚਿਆਂ ਦੀ ਮੋਹ ਮਮਤਾ ਨੇ ਨਦੀ ਦੇ ਵਹਿਣ ਵਿੱਚ ਭੰਵਰ ਅਖਤਿਆਰ ਕਰ ਲਏ ਸਨ। ਜਦ ਬੱਚਿਆਂ ਦੀ ਆਵਾਜ਼ ਸੁਣਦੀ ਹੌਂਕਿਆਂ ਦੀ ਥਾਂ ਹੌਲ ਪੈਣ ਲੱਗ ਜਾਂਦੇ। ਸਰਲਾ ਨੇ ਉਸ ਨੂੰ ਕਈ ਵਾਰ ਅੱਖਾਂ ਭਰੀ ਤੱਕਿਆ। ਦੇਖ ਭੈਣ, ਤੂੰ ਹੌਸਲਾ ਕਰ, ਜਿਵੇਂ ਸ਼ੇਰ ਦਾ ਰੂਪ ਧਾਰਿਆ ਏ ਉਸੇ ਤਰ੍ਹਾਂ ਕਰ ਵੀ ਵਿਖਾ। ਜੇਰਾ ਕਰੇ ਬਿਨਾ ਕੁਝ ਨਹੀਂ ਬਣਨਾ। ਦਿਲ ਤਕੜਾ ਕਰ। ਕੁੰਵਾਰੀ ਸਰਲਾ ਨੂੰ ਕੀ ਪਤਾ ਸੀ ਬੱਚਿਆਂ ਦਾ ਮੋਹ ਕੀ ਹੁੰਦਾ ਹੈ। ਸਰਲਾ ਚਿੱਤ ਨਹੀਂ ਡੋਲਦਾ, ਐਵੇਂ ਕਦੇ ਮਨ ਭਾਰੀ ਆਉਂਦਾ ਏ। ਰੂਪ ਆਪਣੀ ਮੰਜ਼ਿਲ ਵੱਲ ਝਾਤੀ ਮਾਰ ਕੇ ਤਕੜੀ ਹੋ ਜਾਂਦੀ। ਪਹਿਲੇ ਐਤਵਾਰ ਉਹ ਆਪੇ ਨੂੰ ਘਰ ਜਾਣੋਂ ਨਾ ਰੁਕ ਸਕੀ। ਬੱਚਿਆਂ ਨਾਲ ਉਹ ਬੇਜੀ ਦੀ ਪੋਜੀਸ਼ਨ ਵੀ ਵੇਖਣਾ ਚਾਹੁੰਦੀ ਸੀ। ਘਰ ਵਿੱਚ ਕੋਈ ਗੜਬੜ ਨਹੀਂ ਸੀ, ਸਗੋਂ ਬੱਚਿਆਂ ਨੇ ਦੋਹਾਂ ਬਿਰਧਾਂ ਦਾ ਜੀ ਲਵਾਇਆ ਹੋਇਆ ਸੀ। ਗੁਰਮੀਤ ਨੇ ਕੋਈ ਖਿਆਲ ਨਹੀਂ ਕੀਤਾ ਸੀ, ਪਰ ਸਮੇਰ 2-3 ਦਿਨ ਬੀਜੀ ਆਖਦਾ ਰੋਇਆ ਸੀ। ਰੂਪ ਨੇ ਘਰ ਅਮਨ ਚੈਨ ਵੇਖ ਕੇ ਆਪਣੇ ਮਨ ਦੇ ਲੋਹੇ ਨੂੰ ਫੌਲਾਦ ਬਣਾ ਲਿਆ। ਉਹ ਬੇਜੀ ਨੂੰ 5 ਦਾ ਨੋਟ ਦਿੰਦਿਆਂ ਆਖਿਆ, ਅਗਲੇ ਐਤਵਾਰ ਬੇਜੀ ਇਹਨਾਂ ਨੂੰ ਉੱਥੇ ਲੈ ਆਵੀਂ। ਰੂਪ ਨੇ ਵਾਰੀ-ਵਾਰੀ ਦੋਹਾਂ ਫੁੱਲਾਂ ਨੂੰ ਚੁੰਮਿਆ। ਬੀਜੀ, ਮੈਂ ਨਾਲ ਜਾਣਾ ਏ। ਗੁਰਮੀਤ ਖਹਿੜੇ ਪੈ ਗਈ। ਤੂੰ ਵੱਡੀ ਏ ਤੇ ਸਿਆਣੀ ਵੀ। ਵੇਖ, ਸਮੇਰ ਕੀਰਨਾ ਬੀਬਾ ਬਣਿਆ ਹੋਇਆ ਹੈ। ਉਦੋਂ ਨੂੰ ਸਮੇਰ ਵੀ ਰੋਣ ਲੱਗ ਪਿਆ। ਉਸ ਚੁੱਕ ਕੇ ਗਲ ਨਾਲ ਲਾ ਲਿਆ। ਉਹਨਾਂ ਨੂੰ ਕਿਸੇ ਖੇਡ ਵਿੱਚ ਪਰਚਾ ਕੇ ਉਹ ਮਸੀਂ ਚੋਰ ਭੁਲਾਈ ਦਿੱਤੀ। ਜਿਵੇਂ ਹਾਲਾਤ ਸੀਨੇ ਫੱਟ ਪਾਉਂਦੇ ਹਨ, ਉਸੇ ਤਰ੍ਹਾਂ ਨਾਲ ਦੀ ਨਾਲ ਸਮਾਂ ਅੰਗੂਰ ਦੇਣਾ ਵੀ ਸ਼ੁਰੂ ਕਰੀ ਰੱਖਦਾ ਹੈ। ਰੂਪ ਕਦਮ ਕਦਮ ਮਜ਼ਬੂਤ ਅਤੇ ਪਲ ਪਲ ਪਿੱਛੋਂ ਨਰੋਈ ਹੁੰਦੀ ਗਈ। ਅਗਲੇ ਐਤਵਾਰ ਜਦ ਬੇਜੀ ਬੱਚੇ ਲੈ ਕੇ ਆਈ, ਸਰਲਾ ਦੀ ਹੈਰਾਨੀ ਉਛਲ ਪੈਂਦੀ ਸੀ। ਉਸ ਬੱਚਿਆਂ ਲਈ ਲਿਆ ਕੇ ਰੱਖੇ ਬਿਸਕੁਟ ਦਿੰਦੀ ਲਡਿਆਰ ਨੂੰ ਨਹੀਂ ਹਟਦੀ ਸੀ। ਉਸ ਦੀ ਛਾਤੀ ਫੜਕ ਵੱਜਦੀ ਕਹਿ ਰਹੀ ਸੀ, ਅਜਿਹੇ ਖੂਬਸੂਰਤ ਬੱਚਿਆਂ ਤੋਂ ਲਾਂਭੇ ਹੋਣਾ ਰੂਪ ਦਾ ਜਿਗਰਾ ਹੀ ਹੈ। ਬੇਜੀ ਤੇ ਬੱਚੇ ਮਿਲ ਕੇ ਚਲੇ ਗਏ ਅਤੇ ਪੜ੍ਹਾਈ ਨੇ ਆਪਣੀ ਤਰਤੀਬ ਵਿੱਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਕੁਦਰਤੀ ਸੂਰਜ ਡੁੱਬਣ ਪਿੱਛੋਂ ਹਰਨੇਕ ਚੁਬਾਰੇ ਆ ਗਿਆ। ਰੂਪ ਦਾ ਦੇਖਦਿਆਂ ਸਾਰ ਚਿਹਰਾ ਖਿੜ ਗਿਆ। ਇਹ ਮੇਰਾ ਭਰਾ ਏ ਸਰਲਾ, ਖਾਲਸਾ ਸਕੂਲ 10ਵੀਂ 'ਚ ਹੈ। ਰੂਪ ਨੇ ਜਾਣ ਪਛਾਣ ਕਰਾਈ। ਸਰਲਾ ਨੇ ਆਦਰ ਨਾਲ ਹੱਥ ਜੋੜੇ। ਰੂਪ ਨੂੰ ਹਰਨੇਕ ਕੋਲੋਂ ਸ਼ਰਾਬ ਦੀ ਭੈੜੀ ਵਾਸ਼ਨਾ ਆਈ। ਉਸ ਦਾ ਦਿਲ ਬੜਾ ਹੀ ਖਰਾਬ ਹੋਇਆ। ਸਰਲਾ ਕੀ ਕਹੇਗੀ, ਇਸ ਦਾ ਭਰਾ ਸ਼ਰਾਬੀ ਹੈ। ਖਬਰੇ ਕਿਹੋ ਜਿਹਾ ਖਾਨਦਾਨ ਏ। ਉਸ ਸਰਲਾ ਦੇ ਜਾਣਨ ਤੋਂ ਪਹਿਲਾਂ ਦੱਸ ਦੇਣਾ ਖੁੱਲ੍ਹਦਿਲੀ ਦਾ ਸਬੂਤ ਸਮਝਿਆ। ਨੇਕਿਆ ਸ਼ਰਾਬ ਪੀਤੀ ਏ? ਸਰਲਾ ਦੀ ਹੈਰਾਨੀ ਵੱਧ ਗਈ। ਨੇਕ ਨਾ ਕਹਿਣੀ ਚਾਹੁੰਦਾ ਸੀ, ਪਰ ਉਸਨੂੰ ਅਜਿਹੀ ਹਿਚਕੀ ਆਈ ਕਿ ਸੜਾਨ ਦਾ ਬਬੂਕਾ ਚੁਬਾਰੇ ਵਿੱਚ ਖਿਲਰ ਗਿਆ। ਰੂਪ ਨੂੰ ਜਾਪਿਆ ਜਿਵੇਂ ਬਿਜਲੀ ਦੇ ਚਾਨਣ ਵਿੱਚ ਜ਼ਹਿਰ ਘੁਲ ਗਿਆ ਹੋਵੇ। ਇੱਥੇ ਆਪਣਾ ਚਾਚਾ ਭੈਣ ਜੀ, ਨੇਕਾ ਗੱਲ ਕਰਨ ਲਈ ਔਲਿਆ। ਨੇਕੇ ਦੀ ਅਧੂਰੀ ਗੱਲ ਉੱਤੇ ਉਹ ਦੋਵੇਂ ਹੱਸ ਪਈਆਂ। ਕਿਹੜਾ ਤੇਰਾ ਚਾਚਾ? ਰੂਪ ਨੇ ਥੋੜਾ ਗੁੱਸਾ ਵਿਖਾਉਂਦਿਆਂ ਕਿਹਾ। ਚਾਚੀ ਵੀ ਆ ਨਾਲ। ਐਤਕੀ ਵਾਰ ਉਹ ਇੰਨੀਆਂ ਹੱਸੀਆਂ ਕਿ ਅੱਖਾਂ 'ਚੋਂ ਪਾਣੀ ਆ ਗਿਆ। ਰੂਪ ਨੇ ਅਗਾਂਹ ਵੱਧ ਕੇ ਕੰਨ ਫੜ ਲਿਆ। ਪਾਸ ਹੋਣ ਦੀ ਸਲਾਹ ਹੈ ਜਾਂ ਨਹੀਂ? ਐਤਕੀ ਵੀ ਹੋਊਗਾ। ਰੂਪ ਨੇ
ਹੱਸ ਹੱਸ ਲੋਟ-ਪੁੱਟ ਹੋ ਰਹੀ ਸਰਲਾ ਨੂੰ ਜੱਫੀ ਪਾ ਲਈ। ਚੁਬਾਰੇ ਵਿੱਚ ਅਜੀਬ ਨਾਟਕ ਬਣਿਆ ਹੋਇਆ ਸੀ। ਗੱਲ ਸੁਣੋ ਨੇਕ, ਉੱਠ। ਰੂਪ ਨੇ ਦੁਬਾਰਾ ਕੰਨ ਫੜ ਲਿਆ। ਮੁੜ ਇੱਥੇ ਇਸ ਤਰ੍ਹਾਂ ਨਹੀਂ ਆਉਣਾ। ਜੇ ਦੁਬਾਰਾ ਆਇਆ ਤੇ ਆਪਣਾ ਕੀਤਾ ਪਾਏਗਾ। ਤੈਨੂੰ ਸ਼ਰਮ ਨਹੀਂ ਆਉਂਦੀ? ਅੱਗੇ ਇਹਨਾਂ ਕਰਤੂਤਾਂ ਨਾਲ ਹੀ ਤਾਂ ਫੇਲ ਹੋਇਆ ਹੋਏਗਾ। ਰੂਪ ਨੇ ਬਾਹੋਂ ਫੜ ਕੇ ਉਠਾ ਦਿੱਤਾ। ਭੈਣ ਜੀ ਤੂੰ ਸੁਣ ਨਾ, ਉਹ ਆਪਣਾ ਘਰ ਹੈ ਨਾ ਚਾਚੀ ਵਾਲਾ। ਨੇਕ ਨੇ ਠਹਿਰਨ ਦੀ ਕੋਸ਼ਿਸ਼ ਕੀਤੀ, ਪਰ ਰੂਪ ਨੇ ਉਸ ਦੀ ਗੱਲ ਸੁਣੇ ਬਿਨਾਂ ਹੀ ਉਸਨੂੰ ਪੌੜੀਆਂ ਉਤਾਰ ਦਿੱਤਾ। ਚੁਬਾਰੇ ਚ ਆ ਕੇ ਉਹ ਦੋਵੇਂ ਫਿਰ ਜ਼ੋਰ-ਜ਼ੋਰ ਦੀ ਹੱਸੀਆਂ। ਇਸ ਤਰ੍ਹਾਂ ਦਾ ਹਾਸ-ਰਸ ਨਾਟਕ ਉਹਨਾਂ ਕਦੇ ਨਹੀਂ ਦੇਖਿਆ ਸੀ। ਅਗਲੇ ਦਿਨ ਰੂਪ ਨੇ ਇੱਕ ਮਧਰੇ ਕਾਲੇ ਆਦਮੀ ਨੂੰ ਬਾਜ਼ਾਰ ਵਿੱਚ ਵੇਖਿਆ, ਜਿਹੜਾ ਸਾਰਾ ਬਾਜ਼ਾਰ ਉਸਨੂੰ ਤਾੜਦਾ ਰਿਹਾ ਸੀ। ਉਸਨੂੰ ਮਹੀਨੇ ਭਰ ਤੋਂ ਇਸ ਤਰ੍ਹਾਂ ਮੋਗੇ 'ਚ ਕਿਸੇ ਨਹੀਂ ਸੀ ਵੇਖਿਆ। ਰੂਪ ਨੇ ਉਸ ਮਧਰੇ ਨੂੰ ਨੋਟ ਦਿੱਤਾ। ਉਹ ਬਿਨਾਂ ਕਿਸੇ ਕੰਮ ਦੇ ਪਿੱਛਾ ਕਰ ਰਿਹਾ ਸੀ। ਰੂਪ ਨੇ ਉਸ ਮਧਰੇ ਨੂੰ ਨੋਟ ਕੀਤਾ। ਉਹ ਬਿਨਾਂ ਕਿਸੇ ਕੰਮ ਦੇ ਪਿੱਛਾ ਕਰ ਰਿਹਾ ਸੀ। ਉਸਨੂੰ ਮਧਰੇ ਦੀਆਂ ਬਿੱਛੂ ਵਰਗੀਆਂ ਅੱਖਾਂ ਚੋਂ ਇੱਕ ਪਲ ਡਰ ਲੱਗਾ। ਰੂਪ ਨੇ ਬੇਧਿਆਨ ਹੋਣ ਦਾ ਯਤਨ ਕੀਤਾ, ਪਰ ਮਧਰਾ ਕਾਲਾ ਤੇ ਬਿੱਛੂ ਦੀਆਂ ਅੱਖਾਂ ਵਾਲਾ ਦੈਂਤ ਰਾਤੀ ਸੁਪਨੇ ਵਿੱਚ ਉਸ ਦੀ ਛਾਤੀ ਤੇ ਚੜ੍ਹ ਆਇਆ। ਉਹ ਤਰਬ ਕੇ ਜਾਗ ਪਈ ਤੇ ਉਸ ਦੇ ਮੂੰਹੋਂ ਸੁਭਾਵਕ ਹੀ ਵਾਹਿਗੁਰੂ ਵਾਹਿਗੁਰੂ ਨਿਕਲ ਗਿਆ। ਇੱਕ ਦਿਨ ਬਾਜ਼ਾਰੋਂ ਉਹ ਇਕੱਲੀ ਗਾਈਡ ਲੈਣ ਚਲੀ ਗਈ। ਉਹੀ ਆਦਮੀ ਪਤਾ ਨਹੀਂ ਕਿਸ ਦੁਕਾਨ ਚੋਂ ਨਿਕਲ ਕੇ ਉਸ ਦੇ ਅੱਗੇ ਪਿੱਛੇ ਫਿਰਨ ਲੱਗ ਪਿਆ। ਰੂਪ ਨੂੰ ਉਸ ਦਾ ਚੇਤਾ ਭੁੱਲ ਚੁੱਕਾ ਸੀ, ਪਰ ਹੁਣ ਉਸ ਦਾ ਰੁਖ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕੋਈ ਗੱਲ ਕਰਨੀ ਚਾਹੁੰਦਾ ਹੈ। ਰੂਪ ਨੇ ਕਿਤਾਬਾਂ ਵਾਲੀ ਦੁਕਾਨ ਚੋਂ ਨਿਕਲਣਾ ਮੁਨਾਸਬ ਨਾ ਸਮਝਿਆ। ਦੁਕਾਨਦਾਰ ਕੋਲੋਂ ਲੰਘਦੇ ਰਿਕਸ਼ੇ ਵਾਲੇ ਨੂੰ ਰੁਕਵਾ ਲਿਆ ਅਤੇ ਧੜਕ ਪੈਂਦੇ ਦਿਲ ਨੂੰ ਮਸਾਂ ਸ਼ਾਂਤ ਕੀਤਾ। ਉਸ ਦੇ ਮਨ ਦੀ ਸ਼ਾਂਤੀ ਇੱਕ ਤਰ੍ਹਾਂ ਭੰਗ ਹੋ ਗਈ। ਭੁਲਾਉਣ ਦੀ ਇੰਤਹਾ ਕੋਸ਼ਿਸ਼ ਦੇ ਬਾਵਜੂਦ ਬਿੱਛੂ ਨੇ ਉਸ ਨੂੰ ਸੁਪਨੇ 'ਚ 2 ਵਾਰ ਡੰਗਿਆ ਤੇ ਉਹ ਦੋਨੋਂ ਵਾਰ ਤ੍ਰਹਿ ਕੇ ਉੱਠ ਬੈਂਦੀ ਰਹੀ। ਉਸ ਦੇ ਮਨ ਦੀ ਪੱਧਰ ਕਈ ਦਿਨ ਠੀਕ ਨਾ ਹੋਈ। ਉਹ ਕਾਲੇ ਖਾਂ ਬਾਰੇ ਸਰਲਾ ਨੂੰ ਦੱਸਦੀ ਰੁਕ ਹੀ ਗਈ। ਇੱਕ ਹਫ਼ਤੇ ਪਿੱਛੋਂ ਹਰਨੇਕ ਫਿਰ ਅਚਾਨਕ ਪੌੜੀਆਂ ਚੋਂ ਨਿਕਲ ਆਇਆ। ਸਰਲਾ ਉਸ ਨੂੰ ਵੇਖਦਿਆਂ ਸਾਰ ਹੱਸ ਪਈ। ਨੇਕ ਅੱਜ ਨਹੀਂ ਪੀ ਕੇ ਆਇਆ? ਸਰਲਾ ਨੂੰ ਚਾਚੇ ਵਾਲੀਆਂ ਗੱਲਾਂ ਯਾਦ ਆ ਰਹੀਆਂ ਸਨ। ਭੈਣ ਜੀ ਮਾਫ ਵੀ ਕਰੋ, ਕਿਉਂ ਸ਼ਰਮ ਦਿੰਦੇ ਹੋ? ਫਿਰ ਉਸ ਰੂਪ ਵੱਲ ਬੇਨਤੀ ਭਾਵ ਨਾਲ ਕਿਹਾ। ਰੂਪ ਭੈਣ ਜੀ, ਮੇਰੇ ਦੋਸਤ ਦਾ ਅੱਜ ਮੰਗਣਾ ਹੋਇਆ ਏ ਤੇ ਚਾਚੀ ਨੇ ਤੁਹਾਨੂੰ ਚਾਹ ਤੇ ਸੱਦਿਆ ਏ। ਤੇਰੀ ਉਸੇ ਚਾਚੀ ਨੇ? ਰੂਪ ਫਿਰ ਹੱਸ ਪਈ। ਮੁੜ ਸੰਜੀਦਾ ਹੋ ਕੇ ਉਸ ਜਵਾਬ ਦੇ ਦਿੱਤਾ, ਮੈਂ ਨਹੀਂ ਕਿਤੇ ਜਾਣਾ ਬੀਬੀ, ਮੈਂ ਘਰ ਕਹਿ ਆਇਆ ਹਾਂ। ਆ ਨਾਲ ਹੀ ਹੈ 6 ਨੰਬਰ ਦੀ ਗਲੀ 'ਚ, ਭਾਵੇਂ ਤੁਰੀਆਂ ਜਾਂਦੀਆਂ ਹੀ ਮੁੜ ਆਇਓ। ਹਰਨੇਕ ਨੇ ਇੱਕ ਤਰ੍ਹਾਂ ਮਿੰਨਤ ਕਰ ਦਿੱਤੀ। ਚੱਲ ਕੀ ਭਾਰ ਲੱਗਦਾ ਏ? ਸਰਲਾ ਨੇ ਨੇਕ ਦੀ ਨਿਮਰਤਾ ਵੇਖ ਕੇ ਪ੍ਰੋੜਤਾ ਦਿੱਤੀ। ਮੁੰਡਿਆਂ ਦੀ ਦੋਸਤੀ ਵਿੱਚ ਸਾਡਾ ਕੀ ਵਾ? ਭੈਣ ਤੂੰ ਸੱਚ ਨਹੀਂ ਮੰਨਣਾ, ਉਹ ਮੈਨੂੰ ਪੁੱਤਾਂ ਵਾਂਗ ਸਮਝਦੇ ਆ। ਨੇਕੇ ਦੀਆਂ ਲੇਲੜੀਆਂ ਤੇ ਸਰਲਾ ਦੇ ਕੂਣੀ ਮਾਰਨ ਤੇ ਉਹ ਚੱਲਣ ਲਈ ਤਿਆਰ ਹੋ ਗਏ। ਨੇਕ ਉੱਥੇ ਆਦਮੀ ਤਾਂ ਨਹੀਂ ਹੋਣਗੇ? ਲੋਕੀ ਖਾ ਪੀ ਕੇ ਸਭ ਚਲੇ ਗਏ। ਬਿਲਕੁਲ ਮੈਦਾਨ ਸਾਫ਼ ਹੈ। ਨੇਕ ਇੱਕਦਮ ਖੁਸ਼ ਹੋ ਗਿਆ। ਸੂਰਜ ਵੱਲ ਵੇਖ ਕੇ ਰੂਪ ਨੇ ਸਰਲਾ ਨੂੰ ਆਖਿਆ, ਸਰਲਾ ਆ ਕੇ ਰੋਟੀ ਨੂੰ ਵੀ ਅਵੇਅਰ ਹੋ ਜਾਵੇਗੀ। ਹੁਣ ਉੱਥੇ ਰੋਟੀ ਦੀ ਗੁੰਜਾਇਸ਼ ਨਾ ਕੱਢ ਕੇ ਆਵਾਂਗੀਆਂ। ਉਹ ਤਿੰਨੇ ਜ਼ੋਰ ਦੀ ਹੱਸ ਪਏ। ਰੂਪ ਹੋਰੀ ਜਿੰਦਰਾ ਮਾਰ ਕੇ ਨੇਕ ਨਾਲ ਤੁਰ ਪਈਆਂ। ਰੂਪ ਮੋਗੇ ਪਹਿਲੀ ਵਾਰ ਕਿਸੇ ਦੇ ਘਰ ਜਾ ਰਹੀ ਸੀ। ਭਾਵੇਂ ਉਸ ਦਾ ਭਰਾ ਨਾਲ ਸੀ, ਪਰ ਉਹ ਦਿਲ ਦੀ ਸਾਂਝ ਬਿਨਾਂ ਕਿਸੇ ਦੇ ਘਰ ਜਾਣਾ ਫਜ਼ੂਲ ਸਮਝਦੀ ਸੀ। ਜਦੋਂ 6 ਨੰਬਰ ਦੀ ਗਲੀ ਵਿੱਚ ਆਈਆਂ, ਇੱਕ ਘਰ ਦੀ ਛੱਤ ਉੱਤੇ ਲਾਊਡ ਸਪੀਕਰ ਫਿਲਮੀ ਗੀਤ ਗਾ ਰਿਹਾ ਸੀ। ਹਰਨੇਕ ਦੇ ਪਿੱਛੇ ਜਦ ਉਹ ਉਸ ਘਰ ਦੀ ਡਿਉੜੀ 'ਚ ਆਈ, ਤਦ ਉਹ ਤਖਤੇ 'ਚ ਵੱਜਦੀ ਮਸੀਂ ਬਚੀ। ਸਾਹਮਣੇ ਉਹੀ ਮਧਰਾ ਕਾਲੇ ਖਾਂ ਖਲੋਤਾ ਸੀ। ਰੂਪ ਨੂੰ ਉਹ ਜਾਪਿਆ ਜਿਵੇਂ ਉਹ ਅੱਖਾਂ ਦੀ ਦੁਨਾਲੀ 'ਚ ਕਾਰਤੂਸ ਭਰੀ ਖਲੋਤਾ ਏ। ਹਾਏ ਮੈਂ ਮਰ ਗਈ, ਹੁਣ ਕੀ ਕਰਾਂ? ਰੂਪ ਡੌਰ ਭਰ ਹੋਈ ਵੀ ਸੋਚ ਗਈ। ਜੈਬੂ ਚਾਦਰੇ 'ਚੋਂ ਹਿਲਦਾ ਅਗਾਂਹ ਵਧਿਆ। ਰੂਪ ਨੂੰ ਆਪਾ ਬਾਜ ਸਾਹਮਣੇ ਮਲੂਕ ਘੁੱਗੀ ਦਾ ਜਾਪਦਾ ਸੀ। ਰੂਪ ਨੂੰ ਆਪਾ ਬਾਜ ਸਾਹਮਣੇ ਮਲੂਕ ਘੁੱਗੀ ਦਾ ਜਾਪਦਾ ਸੀ। ਆਓ ਬੀਬੀ ਜੀ, ਧੰਨ ਭਾਗ। ਹਰਨੇਕ ਦੇ ਚਾਚੇ ਨੇ ਮੇਜ਼ ਦੀਆਂ ਕੁਰਸੀਆਂ ਠੀਕ ਕਰਦਿਆਂ ਸਵਾਗਤ ਕੀਤਾ। ਸਤਿ ਸ਼੍ਰੀ ਅਕਾਲ। ਰੂਪ ਤੋਂ ਪੂਰੀ ਤਰ੍ਹਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਵੀ ਨਾ ਆਖੀ ਗਈ। ਉਸ ਦਾ ਅੰਦਰ ਕੰਬ ਜਾਂਦਾ ਸੀ। ਹਾਏ ਰੱਬਾ, ਕਿੱਥੇ ਫਸ ਗਈ? ਮੈਨੂੰ ਆਉਣ ਦਾ ਕੀ ਵਕਤ ਪਿਆ ਸੀ? ਇਸ ਨੇਕੇ ਦੀ ਭੁਗਤ ਸਵਾਰਾਂਗੇ ਹੁਣ। ਉਹ ਝੱਟ ਹੀ ਪਹਿਲੀ ਕੁਰਸੀ 'ਚ ਬਹਿ ਗਈ।
ਉਸ ਕੂਣੀਆਂ ਮੇਜ਼ ਤੇ ਜੋੜਦਿਆਂ ਦੋਹਾਂ ਤਲੀਆਂ ਨਾਲ ਚਿਹਰਾ ਦੱਬ ਲਿਆ। ਭਾਵੇਂ ਉਸ ਦੀ ਹਾਲਤ ਅਜੀਬ ਹੋਈ ਪਈ ਸੀ, ਪਰ ਉਹ ਕਿਸੇ ਨੂੰ ਸਮਝਾਉਣ ਦਾ ਮੌਕਾ ਨਾ ਦਿੱਤਾ। ਹਰਨੇਕ ਦੀ ਚਾਚੀ ਆਈ। ਉਹ ਕੁੜੀਆਂ ਨੂੰ ਮਿਲ ਕੇ ਖੁਸ਼ ਹੋਈ, ਪਰ ਉਸ ਦਾ ਚਿਹਰਾ ਘੁੱਟਿਆ ਪਿਆ ਸਾਫ਼ ਪੜਿਆ ਜਾ ਸਕਦਾ ਸੀ। ਹਰਨੇਕ ਨੇ ਪਿਆਲੀਆਂ ਰੱਖ ਕੇ ਚਾਹ ਪਾ ਦਿੱਤੀ ਅਤੇ ਉਸਦੇ ਦੋਸਤ ਲੌਰਾ ਸਿੰਘ ਨੇ ਮਿਠਾਈ ਵਾਲੀਆਂ ਪਲੇਟਾਂ ਰੱਖ ਦਿੱਤੀਆਂ। ਰੂਪ ਬੜੀ ਔਖ ਨਾਲ ਚਾਹ 'ਚ ਜ਼ਹਿਰ ਤੇ ਮਿਠਾਈ ਵਿੱਚ ਮੋਹਰਾ ਮਿਲਿਆ ਵੇਖ ਰਹੀ ਸੀ, ਜਿਹੜਾ ਘੁੱਟ ਵੱਟ ਕੇ ਖਾਣਾ ਪੈਣਾ ਸੀ। ਉਹ ਅਜਿਹੀ ਹਾਲਤ ਵਿੱਚ ਸੀ ਕਿ ਮੇਜ਼ ਉੱਤੇ ਉੱਪਰ ਛਲ ਕਰ ਦੇਵੇ। ਸੁਰੋ, ਛੇਤੀ ਕਰ। ਉਸ ਛੇਤੀ ਖੜਾ ਛਡਾਉਣ ਲਈ ਸਰਲਾ ਨੂੰ ਸੁਚੇਤ ਕੀਤਾ। ਚਾਹ ਦੀ ਪਹਿਲੀ ਘੁੱਟ ਨਾਲ ਹੀ ਉਸ ਨੂੰ ਹਲਥੂ ਆ ਗਿਆ। ਜਦ ਉਸ ਪਿਆਲੀ ਰੱਖ ਕੇ ਅੱਖਾਂ ਪੂੰਝੀਆਂ ਤੇ ਸਾਹਮਣੇ ਦੇਖਿਆ, ਤਦ ਸਰਦਾਰ ਅਜਾਇਬ ਸਿੰਘ ਅੱਧੀਆਂ ਚਿੱਟਾਂ ਮੁੱਛਾਂ ਚੁੱਕੀ ਕਾਨੀਆਂ ਕੱਸੀ ਬੈਠਾ ਸੀ। ਨਜ਼ਰਾਂ ਦੀ ਬਿਮਾਰੀ ਨੇ ਰੂਪ ਦੇ ਜ਼ਬਤ ਤੇ ਗੰਭੀਰਤਾ ਨੂੰ ਥਾਂ ਤੋਂ ਜ਼ਖਮੀ ਕਰ ਸੁੱਟਿਆ। ਇਸ ਵੇਲੇ ਜੱਬੂ ਦੇ ਅੰਦਰ ਲਹੂ ਦੀ ਥਾਂ ਸ਼ਹਿਦ ਧੜਕ ਰਿਹਾ ਸੀ। ਰੂਪ ਨੂੰ ਮੁੜ ਅੱਖਾਂ ਉਤਾਂਹ ਕਰਨ ਦਾ ਹੀਆ ਨਾ ਪਿਆ। ਉਸ ਸਰਲਾ ਦੇ ਇੱਕ ਹੋਰ ਕੂਣੀ ਮਾਰੀ। ਸਰਲਾ ਨੇ ਮਾਮੂਲੀ ਸੱਤ ਕੇ ਆਖਿਆ, ਤੂੰ ਆਪ ਤਾਂ ਕੁਝ ਖਾਂਦੀ ਪੀਂਦੀ ਨਹੀਂ। ਖਾਣ ਨੂੰ ਜੀ ਨਾ ਕਰਦਿਆਂ ਵੀ ਰੂਪ ਨੇ ਇੱਕ ਮੱਠੀ ਤੋੜ ਲਈ। ਉਹ ਚਾਹ ਦੀਆਂ ਘੁੱਟਾਂ ਆਪਣੀ ਨੀਵੀਂ ਵਿੱਚ ਸੰਘੋਂ ਹਠਾਂ ਉਤਾਰਨ ਲੱਗੀ। ਉਸ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਤੇਜ਼ਾਬ ਅੰਦਰ ਵਾਢਾ ਪਾਉਂਦਾ ਜਾ ਰਿਹਾ ਹੈ। ਉਸ ਲਾਹਨਤਾ ਪਾ ਕੇ ਆਪੇ ਨੂੰ ਛੰਡ ਸੁੱਟਿਆ। ਹਰਨੇਕ ਆਪਣੀ ਥਾਂ ਲੌਰਾ ਸਿੰਘ ਨਾਲ ਸੈਂਤੋ ਸੈਂਤੀ ਹੋਇਆ ਸੀ। ਉਹ ਆਪਣੇ ਦੋਸਤ ਉੱਤੇ ਪ੍ਰਭਾਵ ਪਾਉਣਾ ਚਾਹੁੰਦਾ ਸੀ ਕਿ ਮੈਂ ਵੀ ਇੱਕ ਮਹਿਬੂਬ ਰੱਖਦਾ ਹਾਂ। ਸਰਲਾ ਦੇ ਇੱਕ ਵਾਰ ਸੁਭਾਵਕ ਮੁਸਕਾਨ ਨੇ ਉਸ ਦੀ ਕਿੰਨੀ ਅਹਿਮੀਅਤ ਵਧਾ ਦਿੱਤੀ ਸੀ। ਉਸ ਅਗਾਂਹ ਵੱਧ ਕੇ ਸਰਲਾ ਦੀ ਖਿਆਲੀ ਪਿਆਲੀ ਚਾਹ ਨਾਲ ਫਿਰ ਭਰ ਦਿੱਤੀ ਤੇ ਸਰਲਾ ਨਾਲ ਅੱਖਾਂ ਮਿਲਾਉਂਦਾ ਜਾਣ ਕੇ ਮੁਸਕਰਾ ਪਿਆ। ਵੀਰ ਜੀ, ਇਹ ਕੀ ਕੀਤਾ? ਸਹੁੰ ਮਾਤਾ ਦੀ ਮੈਥੋਂ ਨਹੀਂ ਪੀਤੀ ਜਾਣੀ। ਸਰਲਾ ਨੇ ਝਿਜਕ ਕੇ ਆਖਿਆ। ਚਾਹ ਹੀ ਹੈ ਭੈਣ ਜੀ, ਖੀਰ ਤਾਂ ਨਹੀਂ। ਨੇਕ ਦੀ ਗੱਲ ਤੇ ਸਾਰੇ ਹੱਸ ਪਏ, ਪਰ ਰੂਪ ਨੇ ਉਸ ਦੀ ਚੋਟ ਨੂੰ ਠੀਕ ਸਮਝਿਆ ਸੀ, ਕਿਉਂਕਿ ਸਰਲਾ ਬ੍ਰਾਹਮਣ ਜਾਤੀ ਚੋਂ ਸੀ। ਭਾਵੇਂ ਰੂਪ ਆਪੇ ਨੂੰ ਫਸੀ ਅਨੁਭਵ ਕਰਦੀ ਸੀ, ਤਾਂ ਵੀ ਉਹ ਨਿਰੀ ਕਮਲੀ ਨਹੀਂ ਹੋ ਗਈ ਸੀ। ਉਸ ਨੇਕ ਨੂੰ ਕੋਲ ਸੱਦਿਆ। ਆਹ ਰੁਪਈਆ ਆਪਣੇ ਦੋਸਤ ਨੂੰ ਦੇ ਦਿਓ। ਨਹੀਂ ਕੁੜੀਏ, ਅਸੀਂ ਤੇਰਾ ਰੁਪਈਆ ਨਹੀਂ ਲੈਣਾ। ਅਜਾਇਬ ਸਿੰਘ ਨੇ ਨੇਕ ਨੂੰ ਰੋਕ ਲਿਆ। ਕੁੜੀਆਂ ਨੂੰ ਤਾਂ ਦੇਈਦੇ ਆ, ਖੋਹੀ ਦੇ ਨਹੀਂ। ਨਹੀਂ ਨੇਕ, ਦੇ ਦੇ। ਜਗਰੂਪ ਨੇ ਹੱਥ ਨਾਲ ਇਸ਼ਾਰਾ ਕੀਤਾ। ਉਹ ਮਨ ਵਿੱਚ ਕਹਿ ਰਹੀ ਸੀ, ਅੱਜ ਖਬਰ ਹੈ ਮੈਂ ਕਿਵੇਂ ਆ ਗਈ। ਅਗਾਂਹ ਨੂੰ ਤਾਂ ਮੈਂ ਸੁਪਨਾ ਵੀ ਨਹੀਂ ਲੈਂਦੀ ਇੱਧਰ ਆਉਣ ਦਾ। ਜੈਬੂ ਨੇ ਉਸ ਦਾ ਰੁਪਈਆ ਨਾ ਲੈਣ ਦਿੱਤਾ। ਰੂਪ ਨੇ ਬਹੁਤੀ ਜਿੱਦ ਕਰਨੀ ਠੀਕ ਨਾ ਸਮਝੀ। ਉਹ ਇਸ ਜੰਜਾਲ ਚੋਂ ਨੱਠ ਜਾਣਾ ਚਾਹੁੰਦੀ ਸੀ। ਸਰਲਾ ਨੂੰ ਇਹ ਚੇਤਾ ਵੀ ਨਹੀਂ ਸੀ ਰਿਹਾ ਕਿ ਵਿਦਾਇਗੀ ਦਾ ਰੁਪਈਆ ਵੀ ਦੇਈਦਾ ਹੁੰਦਾ ਹੈ। ਰੂਪ ਚੱਲਣ ਲਈ ਉੱਠ ਕੇ ਖੜੋ ਗਈ। ਬੈਠੋ ਕੁੜੀਓ, ਤੁਸੀਂ ਤਾਂ ਕੁਝ ਖਾਧਾ ਹੀ ਨਹੀਂ। ਜੈਬੂ ਨੇ ਰੂਪ ਦੀ ਭਰੀ ਪਲੇਟ ਵੱਲ ਹੱਥ ਕੀਤਾ। ਨਹੀਂ ਜੀ, ਬਸ। ਰੂਪ ਨੇ ਨੀਵੀਂ ਨਾ ਚੁੱਕੀ ਤੇ ਕੁਰਸੀ ਤੋਂ ਉੱਠ ਬਾਹਰ ਆ ਗਈ। ਨੇਕ ਦੀ ਚਾਚੀ ਘਰ ਵਾਲੇ ਦਾ ਇਸ਼ਾਰਾ ਪਾ ਕੇ ਰੋਕਣ ਲਈ ਅੱਗੇ ਵਧੀ। ਬੀਬੀ, ਤੁਸੀਂ ਕੁਝ ਚਿਰ ਤਾਂ ਠਹਿਰੋ। ਚਾਚੀ ਨੇ ਰੂਪ ਦੇ ਹੱਥ ਫੜ ਲਏ, ਉਸ ਪੋਲਿਆਂ ਪਾ ਕੇ ਛੁਡਾ ਲਏ। ਚਾਚੀ, ਅਸਾਂ ਕੰਮ ਬੜਾ ਕਰਨਾ ਹੈ, ਸਰਲਾ ਨੇ ਰੂਪ ਨੂੰ ਆਪੀ ਸਮਝਦਿਆਂ ਆਖ ਦਿੱਤਾ। ਰੂਪ ਲਈ ਅਜਿਹੇ ਵਾਤਾਵਰਣ ਵਿੱਚ ਸਾਹ ਲੈਣਾ ਵੀ ਦੁੱਭਰ ਹੋ ਗਿਆ ਸੀ। ਉਹ ਚਫੇਰੇ ਦੀਆਂ ਸੂਲਾਂ ਵਿੰਨਿਆਂ ਫੁੱਲ ਬਣੀ ਹੋਈ ਸੀ। ਅੱਛਾ, ਤੁਹਾਡੀ ਮਰਜ਼ੀ, ਚਾਚੀ ਨੇ ਢਿੱਲਿਆਂ ਪੈ ਕੇ ਆਖਿਆ। ਇਹ ਤੁਹਾਡਾ ਆਪਣਾ ਘਰ ਹੈ, ਕਦੇ ਨਾ ਕਦੇ ਮਿਲ ਜਾਇਆ ਕਰੋ। ਹੋਰ ਅਸੀਂ ਓਪਰਾ ਨਹੀਂ ਸਮਝਦੀਆਂ। ਰੂਪ ਨੇ ਵੀ ਰਿਵਾਜੀ ਜਵਾਬ ਦੇ ਦਿੱਤਾ, ਪਰ ਉਹ ਆਪਣੀ ਜ਼ੁਬਾਨ ਖਿੱਚ ਸੁੱਟਣਾ ਚਾਹੁੰਦੀ ਸੀ। ਮੈਂ ਨਾਲ ਚੱਲਾਂ? ਨੇਕ ਨੇ ਨਾਲ ਤੁਰਦਿਆਂ ਪੁੱਛਿਆ। ਨਹੀਂ, ਕੋਈ ਲੋੜ ਨਹੀਂ, ਰੂਪ ਨੇ ਜਵਾਬ ਦਿੰਦਿਆਂ ਸਭ ਨੂੰ ਹੱਥ ਜੋੜ ਦਿੱਤੇ। ਕਿਸੇ ਤਰ੍ਹਾਂ ਦਾ ਧੰਨਵਾਦ ਕੀਤੇ ਬਿਨਾਂ ਉਹ ਅੱਗੇ ਲੱਗ ਕੇ ਤੁਰ ਪਈ। ਘਰੋਂ ਬਾਹਰ ਆ ਕੇ ਖੁੱਲੀ ਫਿਜ਼ਾ 'ਚ ਉਸ ਭਰਮਾ ਸਾਹ ਲਿਆ ਜਿੱਥੇ ਅੱਗੇ ਕਿਸੇ ਉਸ ਦੀ ਸੰਘੀ ਕੁੱਟੀ ਰੱਖੀ ਸੀ। ਹਰਨੇਕ ਦੇ ਦਿਮਾਗ ਵਿੱਚ ਸਰਲਾ ਦਾ ਇਸ਼ਕ ਅੰਗੜਾਈ ਭਰ ਖਲੋਤਾ। ਉਹ ਸਮਝਣ ਲੱਗਾ, ਜਦ ਮੁਸਕਾਨ ਦਾ ਜਵਾਬ ਮੁਸਕਾਨ ਵਿੱਚ ਮਿਲ ਸਕਦਾ ਹੈ ਤਦ ਜਿੱਤ ਯਕੀਨੀ ਹੈ। ਉਹ ਆਪਣੀਆਂ ਆਦਤਾਂ ਹੱਥੋਂ ਮਜਬੂਰ ਸੀ। ਜੈਬੂ ਦੀ ਸੰਗਤ ਨੇ ਸਿਨੇਮਾ ਤੇ ਸ਼ਰਾਬ ਤੋਂ ਬਿਨਾਂ ਉਸ ਨੂੰ ਕਈ ਅਵਾਰਾ ਔਰਤਾਂ ਨਾਲ ਵੀ ਜੋੜ ਦਿੱਤਾ ਸੀ। ਪੜ੍ਹਾਈ ਸ਼ਹਿਰ ਰਹਿਣ ਦਾ ਇੱਕ ਬਹਾਨਾ ਬਣ ਚੁੱਕੀ ਸੀ। ਇਸ ਹਾਲਤ ਵਿੱਚ ਉਸ ਨੂੰ ਜੈਬੂ ਵਰਗਾ ਯਾਰ ਹੀ ਵਫਾ ਕਰ ਸਕਦਾ ਸੀ। ਉਸ ਸਮਾਜ ਵਿੱਚ ਨਿਸ਼ਕਾਮ ਵਫਾ ਦਾ ਸਵਾਲ ਨਹੀਂ ਪੈਦਾ ਹੁੰਦਾ
ਜਿਸ ਵਿੱਚ ਮਿਹਨਤ ਭਰੇ ਬਾਜ਼ਾਰ ਲੁੱਟਣ ਨਾਲ ਬੇਪਤ ਵੀ ਕੀਤੀ ਜਾਂਦੀ ਹੈ। ਜੇਬੂ ਦੀਆਂ ਨਜ਼ਰਾਂ 'ਚ ਰੂਪ ਦੇ ਚੜ ਜਾਣ ਪਿੱਛੋਂ ਹਰਨੇਕ ਨਾਲ ਯਾਰੀ ਗੂੜੀ ਹੁੰਦੀ ਗਈ। ਹਰਨੇਕ ਨੇ ਜੇਬੂ ਤੋਂ ਪੈਸੇ ਲੈ ਕੇ ਕਦੇ ਮੋੜੇ ਨਹੀਂ ਸਨ ਤੇ ਹਰ ਵਾਰ ਨਵੇਂ ਬਹਾਨੇ ਨਾਲ ਮੰਗੇ ਸਨ। ਘਰੋਂ ਖਰਚ ਨਹੀਂ ਆਇਆ, ਮੇਰੀ ਜੇਬ ਕੱਟੇਗੀ ਆਦਿ ਬਹਾਨੇ ਹੁਣ ਪੁਰਾਣੇ ਹੋ ਚੁੱਕੇ ਸਨ। ਐਬੀ ਆਦਮੀ ਜਿਹੜਾ ਮੱਧ ਸ਼੍ਰੇਣੀ ਦਾ ਵੀ ਹੋਵੇ, ਪੈਸੇ ਹੱਥੋਂ ਹਮੇਸ਼ਾ ਤੰਗ ਰਹਿੰਦਾ ਹੈ। ਪੈਸੇ ਬਿਨਾਂ ਉਸਦਾ ਝੱਸ ਪੂਰਾ ਨਹੀਂ ਹੁੰਦਾ, ਇਸ ਲਈ ਉਸਦਾ ਦਿਮਾਗ ਕਈ ਵਾਰ ਅਣਮਨੁੱਖੀ ਤਰੀਕੇ ਵਾਲੀਆਂ ਚੁਸਤੀਆਂ ਵੀ ਆਪਣੇ ਯਾਰਾਂ ਅਥਵਾ ਰਿਸ਼ਤੇਦਾਰਾਂ ਉੱਤੇ ਵਰਤਦਾ ਹੈ। ਗਰਜ਼ ਨਾਲ ਖਹਿ ਕੇ ਭਿਆਨਕ ਭੁੱਖ ਦੀ ਸ਼ਕਲ ਧਾਰ ਲੈਂਦੀ ਹੈ, ਜਿਹੜੀ ਕਈ ਵਾਰ ਆਦਮੀ ਦੇ ਵੱਸੋਂ ਬਾਹਰੀ ਆਪ ਹੁਦਰੀ ਕਾਮਨਾ ਬਣ ਕੇ ਰਹਿ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀ ਹਾਲਤ ਹੀ ਜੇਬੂ ਦੀ ਹੁੰਦੀ ਜਾ ਰਹੀ ਸੀ। ਜੇਬੂ ਲਈ ਹਾਲੇ ਹਰ ਮਿਲਣੀ ਮਾਯੂਸ ਰਹੀ ਸੀ। ਹਰਨੇਕ ਦੀ ਰਸਾਈ ਦਾ ਇੱਕੋ ਇੱਕ ਉਸ ਕੋਲ ਵਸੀਲਾ ਸੀ। ਹਰਨੇਕ ਦਾ ਆਪਣਾ ਜਜ਼ਬਾ ਵੀ ਤਰੱਕੀ ਕਰਦਾ ਜਾ ਰਿਹਾ ਸੀ। ਉਸ ਦਾ ਜੀ ਕਰਦਾ ਸੀ ਸਰਲਾ ਬਾਰੇ ਜੇਬੂ ਨੂੰ ਦੱਸ ਦੇਵੇ, ਪਰ ਉਹ ਉਸਦੇ ਸ਼ਰਾਬੀ ਸੁਭਾਅ ਤੋਂ ਡਰ ਗਿਆ। ਸਰਲਾ ਉਸ ਲਈ ਇੱਕ ਅਜਿਹੀ ਚੀਜ਼ ਸੀ ਜਿਸ ਤੇ ਉਹ ਕਿਸੇ ਦਾ ਪਰਛਾਵਾਂ ਵੀ ਨਹੀਂ ਸਹਾਰ ਸਕਦਾ ਸੀ। ਉਸ ਸਰਲਾ ਨਾਲ ਬੁੱਕਲ ਖੋਲਣ ਦੀ ਵਿਉਂਤ ਬਣਾਉਂਦਿਆਂ ਜੇਬੂ ਨੂੰ ਆਖਿਆ, ਚਾਚਾ, ਜਗਰੂਪ ਨੇ ਰੁਪਈਏ 50 ਮੰਗਵਾਏ ਐ। ਉਸ ਰੁਪਈਏ ਲੈਣ ਦੇ ਸਿੱਟੇ ਨੂੰ ਬਿਲਕੁਲ ਨਹੀਂ ਸੋਚਿਆ ਸੀ ਕਿ ਇਹ ਵੀ ਚੰਗੀ ਤਰ੍ਹਾਂ ਸਮਝਦਾ ਸੀ ਜੇਬੂ ਮੇਰੀ ਭੈਣ ਬਾਰੇ ਕਿਸ ਤਰ੍ਹਾਂ ਦੀ ਨੀਅਤ ਰੱਖਦਾ ਹੈ। ਜਗਰੂਪ ਨੇ ਰੁਪਈਏ ਮੰਗਵਾਏ ਐ? ਜੇਬੂ ਨੂੰ ਯਕੀਨ ਨਹੀਂ ਆਇਆ ਸੀ। ਕਾਸ਼ ਇਹ ਸੱਚ ਹੋਵੇ। ਉਸ ਨੂੰ ਇਉਂ ਜਾਪਿਆ ਜਿਵੇਂ ਕਿਸਮਤ ਨੇ ਆਪ ਆ ਕੇ ਜਗਾਇਆ ਸੀ। ਹਾਂ, ਉਸ ਧਰਮਸ਼ਾਲਾ ਤੋਂ ਮਨੀ ਆਰਡਰ ਨਹੀਂ ਆਇਆ। ਹਰਨੇਕ ਨੇ ਪਹਿਲੋਂ ਹੀ ਸੋਚਿਆ ਉੱਤਰ ਦੇ ਦਿੱਤਾ। ਜੇਬੂ ਅੱਗੇ ਰੁਪਈਏ ਦੇਣ ਸਮੇਂ ਉਸ ਨੂੰ ਕਈ ਤਰ੍ਹਾਂ ਦੇ ਲਾਰੇ ਵੀ ਲਾ ਦਿਆ ਕਰਦਾ ਸੀ, ਪਰ ਐਤਕੀ ਤਣੀ ਵਾਲੇ ਬਟੀਏ ਚੋਂ 10-10 ਤੇ 5 ਨੋਟ ਕੱਢ ਕੇ ਫੜਾ ਦਿੱਤੇ। ਹਰਨੇਕ ਨੇ ਰੁਪਈਏ ਹਥਿਆਉਣ ਬਾਰੇ ਹਾਲੇ ਕਾਫੀ ਕੁਝ ਸੋਚ ਰੱਖਿਆ ਸੀ। ਰੁਪਈਏ ਲੈ ਕੇ ਹਰਨੇਕ ਧੰਨਵਾਦ ਕਰਨ ਦੀ ਥਾਂ ਜੇਬੂ ਨੂੰ ਮਨ 'ਚ ਗੰਦੀ ਗਾਲ ਕੱਢੀ ਤੇ ਉਸ ਨੂੰ ਨੰਬਰ 1 ਝੁੱਡੂ ਵੀ ਸਮਝਿਆ, ਜਿਸ ਨੂੰ ਕੱਲ ਦਾ 10ਵੀਂ ਫੇਲ ਛੋਕਰਾ ਚਾਰ ਗਿਆ ਸੀ। ਹੁਣ ਉਹ ਸਮਝਦਾ ਸੀ ਮੇਰੀ ਚਾਤਰਤਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਰੁਪਈਏ ਹੱਥ 'ਚ ਆ ਜਾਣ ਪਿੱਛੋਂ ਉਸ ਨੂੰ ਬੇਕਰਾਰੀ ਨੇ ਨਹੁੰ ਤੋੜ ਸੁੱਟਿਆ। ਉਹ ਇਸ ਤਾਕ ਵਿੱਚ ਰਹਿਣ ਲੱਗਾ ਕਿ ਸਰਲਾ ਇਕੱਲੀ ਹੋਵੇ ਤੇ ਜਾਵਾਂ। ਰੂਪ ਦੇ ਟਿਊਸ਼ਨ ਪੜ੍ਹਾਉਣ ਸਮੇਂ ਉਸ ਦਾ ਦਾਅ ਲੱਗ ਗਿਆ। ਜਦੋਂ ਚੁਬਾਰੇ ਚੜਿਆ, ਸਰਲਾ ਰਜਾਈ ਲਈ ਪਈ ਸੀ। ਉਸ ਹੈਰਾਨ ਹੁੰਦਿਆਂ ਪੁੱਛਿਆ, ਸਰਲਾ, ਤੂੰ ਪਈ ਏ? ਤਕੜੀ ਤਾਂ ਏ? ਉਹ ਸੋਚ ਰਿਹਾ ਸੀ ਮੌਕਾ ਵੀ ਮਿਲਿਆ ਪਰ ਨਾ ਮਿਲਣ ਬਰਾਬਰ। ਸਰਲਾ ਦੇ ਕਮਲਾਏ ਚਿਹਰੇ ਉੱਤੇ ਮੁਸਕਾਨ ਆ ਗਈ। ਮੇਰਾ ਸਿਰ ਦੁਖਦਾ ਏ, ਮੈਂ ਐਸਪਰੋ ਲਿਆ ਦਿਆਂ? ਆਪੇ ਹਟ ਜਾਵੇਗਾ। ਉਹ ਉੱਠ ਕੇ ਬਹਿ ਗਈ। ਨਹੀਂ, ਮੈਂ ਹੁਣੇ ਲੈ ਕੇ ਆਉਂਦਾ। ਉਹ ਝਾਟੀ ਬਾਹਰ ਨਿਕਲ ਗਿਆ ਤੇ ਉਸ ਨੂੰ ਨਿਸ਼ਚਾ ਸੀ ਰੂਪ ਛੇਤੀ ਨਹੀਂ ਆਉਣ ਲੱਗੀ। ਰੂਪ ਦਾ ਭਰਾ ਹੋਣ ਕਰਕੇ ਤੇ ਹਰਨੇਕ ਦਾ ਹਮਦਰਦੀ ਜਤਾਉਣ ਵਾਲਾ ਵਤੀਰਾ ਸਰਲਾ ਨੂੰ ਮਾੜਾ ਨਾ ਲੱਗਾ। ਉਹ ਦੁੱਖ ਦੇ ਸਿਰ ਸੋਚਣ ਲੱਗੀ, ਜੇ ਇਹ ਸ਼ਰਾਬ ਛੱਡ ਦੇਵੇ ਕਿੰਨਾ ਚੰਗਾ ਮੁੰਡਾ ਬਣ ਜਾਵੇ। ਰੂਪ ਅਤੇ ਇਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਹਰਨੇਕ ਦੇ ਆਉਣ ਤੱਕ ਕਿੰਨਾ ਹੀ ਸੋਚੀਗੀ। ਹਰਨੇਕ ਵਾਦੇ ਬੁੱਲੇ ਵਾਂਗ ਪਰਤ ਆਇਆ। ਉਸ ਨੂੰ ਸਰਲਾ ਦੇ ਕੰਮ ਆਉਣ ਦਾ ਮਸੀਂ ਮੌਕਾ ਮਿਲਿਆ ਸੀ। ਉਸ ਦਾ ਜ਼ਿੰਦਗੀ ਵਿੱਚ ਨੇਕ ਕੰਮ ਵੀ ਇਹ ਪਹਿਲਾਂ ਹੀ ਆਖਿਆ ਜਾ ਸਕਦਾ ਸੀ। ਉਸ ਪਾਣੀ ਦਾ ਗਲਾਸ ਅੱਧਾ ਕਰਦਿਆਂ ਪੈਕਟ ਵਿੱਚੋਂ 2 ਗੋਲੀਆਂ ਸਰਲਾ ਦੀ ਤਲੀ ਉੱਤੇ ਰੱਖ ਦਿੱਤੀਆਂ। ਸਰਲਾ ਉਸ ਦੀ ਹੁਸ਼ਿਆਰੀ ਤੇ ਬਿਮਾਰ ਦੇ ਕੰਮ ਆਉਣ ਦਾ ਚਾਅ ਦੇਖ ਕੇ ਮੁਸਕਰਾਈ ਜਾ ਰਹੀ ਸੀ। ਸਰਲਾ ਨੇ ਗੋਲੀਆਂ ਪਾਣੀ ਦੀ ਘੁੱਟ ਨਾਲ ਲੰਘਾ ਲਈਆਂ। ਹਰਨੇਕ, ਤੂੰ ਸ਼ਰਾਬ ਕਾਹਤੋਂ ਪੀਂਦਾ ਏ? ਹਰਨੇਕ ਚੁਸਤ ਜ਼ਰੂਰ ਸੀ, ਪਰ ਕੁੜੀ ਦੀ ਅਚਾਨਕ ਪੁੱਛ ਨਾਲ ਉਸ ਨੂੰ ਚੰਗਾ ਜਵਾਬ ਨਾ ਔੜਿਆ। ਕੋਈ ਵੀ ਮੁੰਡਾ ਇੱਕ ਕੁੜੀ ਸਾਹਮਣੇ ਬੁੱਧੂ ਬਣ ਸਕਦਾ ਏ ਜਿਸ ਨੂੰ ਪਿਆਰ ਕਰਦਾ ਹੋਵੇ ਤੇ ਮਿਲਣੀ ਵੀ ਪਹਿਲੀ ਹੋਵੇ। ਸ਼ਰਾਬ? ਉਹ ਰੁਕ ਗਿਆ। ਫਿਰ ਗੱਲ ਨੂੰ ਪਾਲਿਸ਼ ਕਰਦਿਆਂ ਬੋਲਿਆ, ਜੇ ਤੂੰ ਆਖੀ ਤਾਂ ਛੱਡ ਦਿੰਦਾ ਹਾਂ। ਤੈਨੂੰ ਭੈਣ ਨੇ ਕਿੰਨੀ ਵਾਰ ਤਾੜਿਆ ਏ। ਸਰਲਾ ਨੇਕ ਨੂੰ ਹਰ ਸੰਭਵ ਚੰਗਾ ਦੇਖਣਾ ਚਾਹੁੰਦੀ ਸੀ। ਨੇਕ ਨੇ ਇੱਕ ਵਾਰ ਪੂਰੀਆਂ ਅੱਖਾਂ ਖੋਲ ਕੇ ਸਰਲਾ ਨੂੰ ਦੇਖਿਆ। ਸਰਲਾ ਦਾ ਧੁਰ ਅੰਦਰ ਲਰਜ਼ਣ ਲੱਗ ਪਿਆ। ਉਸਦੇ ਦਿਮਾਗ ਵਿੱਚ ਨਹੀਂ ਸੀ ਹਰਨੇਕ ਇਸ ਤਰ੍ਹਾਂ ਦੀ ਭਾਵਨਾ ਰੱਖਦਾ ਹੋਵੇਗਾ। ਉਸ ਨੂੰ ਆਪਣਾ ਆਪ ਦੁੱਖ ਕਿਹਾ ਜਾਪਿਆ। ਹਰਨੇਕ ਅਵਾਰਾ ਔਰਤਾਂ ਨੂੰ ਕਿੰਨੀਆਂ ਹੀ ਅਵਾਕ ਗੱਲਾਂ ਕਹਿ ਲੈਂਦਾ ਸੀ, ਪਰ ਸਰਲਾ ਅੱਗੇ ਉਹ ਗੂੰਗਾ ਹੋ ਕੇ ਰਹਿ ਗਿਆ। ਫਿਰ ਉਸ ਹੌਸਲਾ ਕਰਕੇ ਆਖਿਆ, ਸਰਲਾ, ਤੂੰ ਦਾਖਲੇ ਦੀ ਫੀਸ ਲਈ ਔਖੀ ਨਾ ਹੋਈ। ਉਸਨੇ 5 ਨੋਟ ਅੱਗੇ ਕਰ ਦਿੱਤੇ। ਕੁੜੀ ਬੱਗੀ ਪੀਲੀ ਹੋ ਗਈ। ਹਰਨੇਕ ਵੀ ਦੇਖ ਕੇ ਇੱਕ ਪਲ ਡਰ ਗਿਆ।
ਸਰਲਾ ਨੇ ਕਾਹਲੀ ਕਾਹਲੀ ਹਕਲਾਉਂਦਿਆਂ ਉਸ ਨੂੰ ਨੋਟ ਲੁਕਾ ਲੈਣ ਲਈ ਕਿਹਾ। ਨਾ ਵੀਰ, ਮੈਨੂੰ ਨਹੀਂ। ਕੁੜੀ ਬੜੀ ਦੁਖੀ ਹੋਈ। ਇਸ ਹਾਲਤ ਵਿੱਚੋਂ ਕੁਝ ਵੀ ਆਖਣੋਂ ਅਸਮਰੱਥ ਸੀ। ਨੇਕ ਨੂੰ ਆਪੇ ਤੇ ਕਾਬੂ ਨਾ ਰਿਹਾ। ਸਰਲਾ, ਮੈਂ ਤੈਨੂੰ ਪਿਆਰ ਕਰਦਾ ਹਾਂ। ਉਸ ਨੂੰ ਪਤਾ ਤੱਕ ਨਾ ਲੱਗਾ ਉਹ ਕਦੋਂ ਏਡੀ ਗੱਲ ਕਹਿ ਗਿਆ। ਫਿਰ ਮਜਲੂਮ ਕੁੜੀ ਦਾ ਆਤੁਰ ਚਿਹਰਾ ਵੇਖ ਕੇ ਉਸ ਦੀ ਚੁਸਤੀ ਤੇ ਹਮਲਾ ਕਰ ਦਿੱਤਾ। ਤੂੰ ਜੋ ਮਰਜ਼ੀ ਸਜ਼ਾ ਦੇ, ਮੈਂ ਗੁਨਾਹਗਾਰ ਸਹੀ, ਪਰ ਰੱਬ ਦਾ ਵਾਸਤਾ ਰੂਪ ਕੋਲ ਕੁਝ ਨਾ ਆਖੀ। ਢੀਠ ਉਹ ਪਹਿਲਾਂ ਹੀ ਬਹੁਤ ਸੀ ਤੇ ਰੂਪ ਦਾ ਉਸ ਨੂੰ ਕੋਈ ਡਰ ਨਹੀਂ ਸੀ, ਪਰ ਕਿਸੇ ਵੀ ਤਰ੍ਹਾਂ ਸਰਲਾ ਨੂੰ ਵੱਲ ਕਰ ਲੈਣਾ ਚਾਹੁੰਦਾ ਸੀ। ਭੈਣਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਰੂਪ ਦੀ ਖਾਤਰ ਉਹ ਕੌੜਾ ਫਿੱਕਾ ਨਾ ਬੋਲੀ। ਹੁਣ ਉਹ ਥੋੜਾ ਸੰਭਲ ਵੀ ਚੁੱਕੀ ਸੀ। ਹਰਨੇਕ ਨੂੰ ਸਰਲਾ ਨਾਲ ਦਿਲੋਂ ਪਿਆਰ ਹੋ ਚੁੱਕਾ ਸੀ, ਪਰ ਉਹ ਆਪਣੀ ਚੁਸਤੀ ਹੱਥੋਂ ਲੋਫਰ ਬਣਨੋਂ ਵੀ ਨਹੀਂ ਰੁਕ ਸਕਦਾ ਸੀ। ਇਸ ਲਈ ਕਦੇ ਦਿਲੋਂ ਤੇ ਕਦੇ ਦਿਮਾਗੋਂ ਬੋਲਦਾ ਸੀ। ਦਿਲ ਦੀ ਹਾਲਤ 'ਚ ਉਹ ਸੁੱਤੇ ਸਿੱਧੀ ਕਹਿ ਗਿਆ, ਸਰਲਾ, ਮੇਰੇ ਵੱਸ ਦੀ ਗੱਲ ਨਹੀਂ, ਮੈਂ ਕੀ ਕਰਾਂ। ਹਰਨੇਕ ਦੀ ਇਸ ਗੱਲ ਨੇ ਸਰਲਾ ਦੇ ਜਜ਼ਬਾਤ ਨੂੰ ਹਿਲਾਉਣ ਸੁੱਟਿਆ। ਉਸ ਸ਼ਰਮਾਏ ਹਰਨੇਕ ਨੂੰ ਦੇਖਿਆ ਤੇ ਬਹੁਤ ਕੁਝ ਅੰਦਰ ਪੀ ਗਈ। ਭਾਵੇਂ ਹਰਨੇਕ ਪਿਆਰ ਦੀ ਗੱਲ ਕਹਿ ਚੁੱਕਾ ਸੀ, ਜਿਸ ਲਈ ਕੁੜੀ ਤਿਆਰ ਨਹੀਂ ਸੀ, ਪਰ ਨੇਕ ਦੀ ਹਮਦਰਦੀ ਭੈੜੇ ਨਾਲ ਕੁਝ ਚੰਗਾ ਵੀ ਦਰਸਾ ਗਈ ਸੀ। ਚੰਗਿਆਈ ਤੇ ਬੁਰਾਈ ਹਰ ਪਾਤਰ ਵਿੱਚ ਹਮੇਸ਼ਾ ਨਾਲ-ਨਾਲ ਚੱਲਦੀਆਂ ਹਨ, ਪਰ ਜਿਉਣ ਦੇ ਖੇਤਰ ਵਿੱਚ ਇੱਕ ਭਾਰੂ ਹੋਣ ਨੂੰ ਸੱਭਿਆਚਾਰ ਦਾ ਪੱਖ ਸ਼ਰੀਫ ਅਤੇ ਬਦਮਾਸ਼ ਤੇ ਵਿਸ਼ੇਸ਼ਣ ਬਖਸ਼ ਦਿੰਦਾ ਹੈ। ਹਰਨੇਕ ਭਾਵੇਂ ਕਿੰਨਾ ਆਵਾਰਾ ਮੁੰਡਾ ਸੀ, ਪਰ ਸਰਲਾ ਅੱਗੇ ਉਸ ਇੱਕ ਵੀ ਲੋਫਰਾਂ ਵਾਲੀ ਗੱਲ ਜਾਂ ਹਰਕਤ ਨਾ ਕੀਤੀ। ਪੌੜੀਆਂ 'ਚੋਂ ਪੈਰਾਂ ਦੀ ਆਵਾਜ਼ ਉੱਚੀ ਹੁੰਦੀ ਆਈ। ਸਰਲਾ ਇੱਕਦਮ ਘਬਰਾ ਗਈ ਤੇ ਰਜਾਈ ਖਿੱਚ ਕੇ ਪੈ ਗਈ। ਮੈਂ ਰੂਪ ਨੂੰ ਦੱਸ ਦੇਵਾਂ? ਆਤਰ ਅਵਸਥਾ 'ਚ ਖਲੋਤਾ ਨੇਕ ਉਸ ਨੂੰ ਵਿਚਾਰਾ ਮੁੰਡਾ ਜਾਪਿਆ। ਰੂਪ ਨੇਕ ਨੂੰ ਵੇਖਦਿਆਂ ਹੀ ਛੀਣੀ ਵਾਂਗ ਬਿਫਰ ਪਈ। ਤੂੰ ਇੱਥੇ ਕਿਵੇਂ ਆਇਆ ਹੈ? ਉਸ ਕਿਤਾਬਾਂ ਮੇਜ਼ ਤੇ ਸੁੱਟ ਦਿੱਤੀਆਂ। ਉਸ ਨੂੰ ਜੈਬੂ ਦੇ ਘਰ ਜਾਣ ਦਾ ਗੁੱਸਾ ਸੀ, ਜਿਹੜਾ ਦਿਲੋਂ ਥੁੱਕ ਦੇਣ ਤੇ ਵੀ ਮਰਿਆ ਨਹੀਂ ਸੀ। ਹਰਨੇਕ ਦੇ ਦਿਮਾਗ ਨੂੰ ਇੱਕ ਚੱਕਰ ਆ ਗਿਆ। ਮੈਂ ਕੱਲ ਪਿੰਡ ਨੂੰ ਜਾਣਾ ਸੀ। ਉਸ ਸਾਹ ਨੂੰ ਅੰਦਰ ਘੁੱਟਦਿਆਂ ਆਪਾ ਸੰਭਾਲਿਆ। ਇਮਤਿਹਾਨ ਸਿਰ ਤੇ ਆਏ ਤੇ ਤੂੰ ਪਿੰਡ ਨੂੰ ਜਾ ਰਿਹਾ ਹੈ? ਕਿਉਂ? ਹੈਡਮਾਸਟਰ ਨੇ ਮੇਰਾ ਦਾਖਲਾ ਨਹੀਂ ਭੇਜਿਆ। ਉਹ ਮੇਰੇ ਨਾਲ ਲੱਗਦਾ ਹੈ। ਤੇ ਤੂੰ ਘਰ ਵਧਾਈ ਦੇਣ ਚੱਲਿਆ ਹੈ? ਹਰਨੇਕ ਚੁੱਪ ਹੋ ਗਿਆ। ਸਰਲਾ ਉਹਨਾਂ ਦੀ ਗੱਲ ਵਿੱਚ ਕੀ ਦਖਲ ਦਿੰਦੀ, ਸਗੋਂ ਉਸ ਰੱਬ ਦਾ ਸ਼ੁਕਰ ਕੀਤਾ ਰੂਪ ਨੇ ਕੁਝ ਚਿਰ ਲਈ ਕੁਝ ਹੋਰ ਨਹੀਂ ਸਮਝ ਲਿਆ। ਉਸ ਸਾਰੀ ਗੱਲ ਪੀ ਜਾਣੀ ਹੀ ਠੀਕ ਸਮਝੀ। ਅੱਛਾ, ਬਿਸਤਰਾ ਨਾਲ ਲੈ ਚੱਲਿਆ ਏ? ਰੂਪ ਲਗਾਤਾਰ ਘੂਰੀ ਜਾ ਰਹੀ ਸੀ। ਨਹੀਂ, ਜੇ ਇਮਤਿਹਾਨ ਨਹੀਂ ਦੇਣਾ ਤੂੰ ਇੱਥੇ ਕਰਨਾ ਵੀ ਕੀ ਹੈ? ਨੇਕ ਦੀਆਂ ਸਾਰੀਆਂ ਚੁਸਤੀਆਂ ਨੂੰ ਲਗਾਮ ਆ ਗਈ। ਉਹ ਜਵਾਬ ਵੀ ਕੀ ਦਿੰਦਾ? ਮਨ ਮਾਰ ਕੇ ਚੁੱਪ ਰਿਹਾ। ਕਲਪਤ ਚੁਸਤੀ ਠੋਸ ਹਕੀਕਤ ਦਾ ਮੁਕਾਬਲਾ ਹੀ ਕੀ ਕਰਦੀ। ਤੂੰ ਜਿਹਾ ਮਾਂ ਪਿਓ ਨੂੰ ਸੁੱਖ ਦੇਵੇਂਗਾ ਉਹ ਹੁਣੇ ਦੀਂਦਾ ਏ। ਰੂਪ ਨੇ ਟਾਕਾਂ ਤੋਂ ਹੱਥ ਚੁੱਕਦਿਆਂ ਉਸ ਨੂੰ ਚੇਤਾਵਨੀ ਵਜੋਂ ਆਖਿਆ, ਹੋਰ ਸੁਣ, ਤੂੰ ਮੁੜ ਕੇ ਚਬਾਰੇ ਪੈਰ ਨਹੀਂ ਪਾਉਣਾ। ਹਰਨੇਕ ਨੇ ਬੱਗੀਆਂ ਅੱਖਾਂ ਨਾਲ ਰੂਪ ਵੱਲ ਵੇਖਿਆ, ਜਿਵੇਂ ਉਹ ਤਰਸ ਦੀ ਮੰਗ ਕਰ ਰਿਹਾ ਸੀ। ਉਹ ਜੀ ਭਿਆਣਾ ਬੈਠਾ ਰਿਹਾ। ਗੁੱਸਾ ਦਿਖਾ ਕੇ ਨਾ ਉਹ ਤੁਰ ਸਕਿਆ ਤੇ ਨਾ ਹੀ ਬਹਿ ਸਕਣ ਦੀ ਹਾਲਤ ਵਿੱਚ ਸੀ। ਪ੍ਰਾਈਵੇਟ ਇਮਤਿਹਾਨ ਦੇ ਕੇ ਵੇਖ ਲਏ। ਸਰਲਾ ਨੇ ਸਮਝੌਤੇ ਦੀ ਰਾਹ ਕੱਢ ਦਿੱਤੀ। ਪ੍ਰਾਈਵੇਟ ਇਮਤਿਹਾਨ ਦੇ ਕੇ ਦੇਖ ਲਏ। ਸਰਲਾ ਨੇ ਸਮਝੌਤੇ ਦੀ ਰਾਹ ਕੱਢ ਦਿੱਤੀ। ਸਰਲਾ, ਜੇ ਇਹਦਾ ਪੜ੍ਹਨ 'ਚ ਦੀਦਾ ਲੱਗਦਾ 2 ਸਾਲਾਂ 'ਚ 10ਵੀਂ ਵੀ ਨਾ ਕਰਦਾ। ਮੈਂ ਕਿਤੇ ਜਾਣ ਕੇ ਫੇਲ ਹੋ ਜਾਂਦਾ। ਹਰਨੇਕ ਨੇ ਮਾਮੂਲੀ ਗੁੱਸਾ ਦਿਖਾਇਆ। ਸ਼ਰਾਬ, ਸਿਨੇਮੇ 'ਚ ਅਵਾਰਾਗਰਦੀ ਕਰਨ ਵਾਲੇ ਜੇ ਪਾਸ ਹੋ ਜਾਣ ਫਿਰ ਮਿਹਨਤ ਨੂੰ ਕੌਣ ਪੁੱਛੇ? ਰੂਪ ਨੇ ਇੰਨੇ ਫਖਰ ਨਾਲ ਆਖਿਆ ਜਿਵੇਂ 3-4 ਮਹੀਨਿਆਂ ਵਿੱਚ ਪਾਸ ਹੋਣ ਦੀ ਪ੍ਰਤਿਗਿਆ ਕਰੀ ਬੈਠੀ ਸੀ। ਹਰਨੇਕ ਚੁੱਪਚਾਪ ਉੱਠ ਕੇ ਤੁਰ ਗਿਆ। ਸਰਲਾ ਸੋਚ ਰਹੀ ਸੀ, ਜਗਰੂਪ ਨੇ ਉਸ ਨੂੰ ਇੰਨਾ ਨਹੀਂ ਸੀ ਝਾੜਨਾ, ਸਗੋਂ ਅਜਿਹੇ ਸਮੇਂ ਹੌਸਲਾ ਦੇਣਾ ਚਾਹੀਦਾ ਹੈ। ਅਗਲੇ ਦਿਨ ਦੀ ਸ਼ਾਮ ਰੂਪ ਤੇ ਸਰਲਾ ਨੂੰ ਅਜੈਬ ਸਿੰਘ ਬਾਜ਼ਾਰ ਵਿੱਚ ਮਿਲ ਗਿਆ।